ਨਮਸਤੇ ਸਾਰਿਆਂ ਨੂੰ, ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਸਵਾਗਤ ਹੈ। ਅਸੀਂ ਅਸਲ ਵਿੱਚ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨੂੰ ਦੇਖਣ ਤੋਂ ਪਹਿਲਾਂ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨਾਲ ਸ਼ੁਰੂ ਹੋਣ ਵਾਲੇ ਇੱਕ ਨਵੇਂ ਮੋਡਿਊਲ 6 ਨੂੰ ਕਵਰ ਕਰ ਰਹੇ ਹਾਂ। ਅਸੀਂ ਦੇਖਾਂਗੇ ਕਿ ਇੰਜੀਨੀਅਰਿੰਗ ਡਰਾਇੰਗ ਕੋਰਸ ਵਿੱਚ ਸ਼ਾਮਲ ਇਹ ਵੱਖ-ਵੱਖ ਕਿਸਮ ਦੇ ਪ੍ਰੋਜੈਕਸ਼ਨ ਕਿਹੜੇ ਹਨ। ਇਸ ਲਈ ਵੱਖ-ਵੱਖ ਪ੍ਰੋਜੈਕਸ਼ਨਾਂ ਦਾ ਖਾਸ ਤੌਰ ਤੇ ਸਮੁੱਚੀ ਇੰਜੀਨੀਅਰਿੰਗ ਡਰਾਇੰਗ ਗ੍ਰਾਫਿਕਲ ਪ੍ਰੋਜੈਕਸ਼ਨਾਂ ਨੂੰ ਸਮਾਨਾਂਤਰ ਪ੍ਰੋਜੈਕਸ਼ਨਾਂ ਅਤੇ ਦ੍ਰਿਸ਼ਟੀਕੋਣ ਪ੍ਰੋਜੈਕਸ਼ਨਾਂ ਵਜੋਂ ਦਰਸਾਇਆ ਜਾ ਸਕਦਾ ਹੈ, ਅਤੇ ਸਮਾਨਾਂਤਰ ਪ੍ਰੋਜੈਕਸ਼ਨਾਂ ਵਿੱਚ ਸਾਡੇ ਕੋਲ ਆਰਥੋਗ੍ਰਾਫਿਕ ਪ੍ਰੋਜੈਕਸ਼ਨਾਂ ਵਿੱਚ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਅਤੇ ਤਿਰਛੇ ਪ੍ਰੋਜੈਕਸ਼ਨ ਹੁੰਦੇ ਹਨ। ਖਾਸ ਤੌਰ ਤੇ ਲੰਬਕਾਰੀ ਕਿਸਮ ਦੀਆਂ ਕੋਆਰਡੀਨੇਟ ਸਿਸਟਮ ਵਿੱਚ ਸਾਡੇ ਕੋਲ ਮਲਟੀ ਵਿਊਜ਼ ਅਤੇ ਐਕਸੋਨੋਮੈਟ੍ਰਿਕ ਕਿਸਮ ਦੇ ਪ੍ਰੋਜੈਕਸ਼ਨ ਹੁੰਦੇ ਹਨ। ਇਸ ਲਈ ਮਲਟੀ ਵਿਊਜ਼ ਵਿੱਚ ਸਾਡੇ ਕੋਲ ਪਹਿਲੇ ਐਂਗਲ ਪ੍ਰੋਜੈਕਸ਼ਨ ਹੁੰਦੇ ਹਨ। ਇਸ ਲਈ ਵੱਖ-ਵੱਖ ਵਿਊ, ਟੌਪ ਵਿਊ, ਸਾਈਡ ਵਿਊ, ਫਰੰਟ ਵਿਊ, ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਅਸੀਂ ਦੇਖਾਂਗੇ। ਅਤੇ ਤੀਜੇ ਐਂਗਲ ਪ੍ਰੋਜੈਕਸ਼ਨ ਵੀ ਸ਼ਾਇਦ ਆਮ ਤੌਰ ਤੇ ਸਿਵਲ ਇੰਜੀਨੀਅਰ ਅਤੇ ਆਰਕੀਟੈਕਚਰ ਦੇ ਲੋਕ ਯੋਜਨਾ ਅਤੇ ਉਚਾਣ ਕਿਸਮ ਦੀਆਂ ਤਕਨੀਕਾਂ ਦੀ ਵਰਤੋਂ ਕਰਦੇ ਹਨ। ਇਹ 3 ਡਾਇਮੈਂਸ਼ਨਲ ਵਸਤੂ ਤੇ ਆਉਣ ਵਾਲੇ ਵਿਊਜ਼ ਹਨ। ਐਕਸੋਨੋਮੈਟ੍ਰਿਕ ਪ੍ਰੋਜੈਕਸ਼ਨਾਂ ਵਿੱਚ ਪ੍ਰੋਜੈਕਸ਼ਨ ਇਹ ਆਰਥੋਗ੍ਰਾਫਿਕ ਹਨ। ਸਾਡੇ ਕੋਲ ਆਈਸੋਮੈਟ੍ਰਿਕ ਪ੍ਰੋਜੈਕਸ਼ਨ, ਡਾਇਮੈਟ੍ਰਿਕ ਪ੍ਰੋਜੈਕਸ਼ਨ ਅਤੇ ਟ੍ਰਾਈਮੈਟ੍ਰਿਕ ਪ੍ਰੋਜੈਕਸ਼ਨ ਹਨ। ਬਾਅਦ ਵਿੱਚ ਇਹਨਾਂ ਆਈਸੋਮੈਟ੍ਰਿਕ, ਡਾਇਮੈਟ੍ਰਿਕ, ਟ੍ਰਾਈਮੈਟ੍ਰਿਕ ਪ੍ਰੋਜੈਕਸ਼ਨਾਂ ਬਾਰੇ ਹੋਰ ਦੇਖਾਂਗੇ। ਇਸੇ ਤਰ੍ਹਾਂ ਜੇ ਇਹ ਤਿਰਛੇ ਕਿਸਮ ਦੇ ਪ੍ਰੋਜੈਕਸ਼ਨ ਹਨ, ਤਾਂ ਸਾਡੇ ਕੋਲ ਕੈਬੀਨੇਟ ਕਾਇਡ ਦੇ ਵਿਚਾਰ ਹਨ, ਕੈਵਲੀਅਰ ਕਾਇਡ ਦੇ ਵਿਚਾਰ, ਮਿਲਿਟਰੀ ਕਾਇਡ ਦੇ ਵਿਚਾਰ ਹਨ। ਸਾਡੇ ਕੋਲ ਉਸੇ ਤਰ੍ਹਾਂ ਦੇ ਦ੍ਰਿਸ਼ਟੀਕੋਣ ਪ੍ਰੋਜੈਕਸ਼ਨਾਂ ਵਿੱਚ ਇਹ ਬਿੰਦੂ ਤੇ ਆਧਾਰਿਤ ਹਨ। ਅਸੀਂ ਨਿਸ਼ਚਿਤ ਬਿੰਦੂ ਨੂੰ ਦੇਖਦੇ ਹਾਂ ਅਤੇ ਅਸੀਂ ਕਿਸ ਤਰ੍ਹਾਂ ਦੇ ਵਿਊ ਦੇਖਾਂਗੇ ਇਸ ਦੇ ਆਧਾਰ ਤੇ ਸਾਡੇ ਕੋਲ ਇੱਕ ਬਿੰਦੂ ਪ੍ਰੋਜੈਕਸ਼ਨ, ਸਹੀ ਬਿੰਦੂ ਪ੍ਰੋਜੈਕਸ਼ਨ ਹਨ, ਜਿਵੇਂ ਕਿ ਉੱਥੋਂ ਦੇ ਬਿੰਦੂ। ਜੇ ਅਸੀਂ ਵਿਚਾਰਾਂ ਦੀ ਕਲਪਨਾ ਕਰ ਰਹੇ ਹਾਂ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ, ਅਤੇ 3 ਪੁਆਇੰਟ ਪ੍ਰੋਜੈਕਸ਼ਨ ਅਤੇ ਕੈਵਲੀਅਰ ਕਾਇਡ ਦੇ ਪ੍ਰੋਜੈਕਸ਼ਨ ਜੋ ਸਾਡੇ ਕੋਲ ਹਨ। ਅਤੇ ਖਾਸ ਤੌਰ ਤੇ ਅਗਲੇ 2 ਭਾਗਾਂ ਵਿੱਚ ਅਸੀਂ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨੂੰ ਵੇਖਾਂਗੇ ਜੋ ਮੁੱਖ ਤੌਰ ਤੇ ਐਕਸੋਨੋਮੈਟ੍ਰਿਕ ਪ੍ਰੋਜੈਕਸ਼ਨਾਂ ਅਧੀਨ ਆਉਂਦੇ ਹਨ। ਇਸ ਲਈ ਇਹਨਾਂ ਵੱਖੋ-ਵੱਖਰੇ ਪ੍ਰੋਜੈਕਸ਼ਨਾਂ ਦੇ ਤਹਿਤ ਅਸੀਂ ਐਕਸੋਨੋਮੈਟ੍ਰਿਕ ਪ੍ਰੋਜੈਕਸ਼ਨ ਨੂੰ ਦੇਖਿਆ ਹੈ। ਇਹ ਇੱਕ ਪੈਰਲਲ ਪ੍ਰੋਜੈਕਸ਼ਨ ਟੈਕਨੀਕ ਹੈ, ਜਿਸ ਦੀ ਵਰਤੋਂ ਕਿਸੇ ਵਸਤੂ ਨੂੰ ਪ੍ਰੋਜੈਕਸ਼ਨ ਜਾਂ ਪਿਕਚਰ ਪਲੇਨ ਦੇ ਸੰਬੰਧ ਵਿੱਚ ਧੁਰੇ ਤੇ ਘੁੰਮਾ ਕੇ ਕਿਸੇ ਵਸਤੂ ਦਾ ਪਿਕਟੋਰੀਅਲ ਡਰਾਇੰਗ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਲਈ ਸਾਡੇ ਕੋਲ ਇੱਕ ਵਸਤੂ ਹੈ ਜਿਸ ਨੂੰ ਸਾਨੂੰ ਇਸ ਤਰੀਕੇ ਨਾਲ ਘੁਮਾਉਣਾ ਹੈ ਕਿ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਊ ਅਤੇ ਇਸ ਦੇ ਪੈਰਲਲ ਪ੍ਰੋਜੈਕਸ਼ਨ ਟੈਕਨੀਕ ਹੋਣਗੀਆਂ। ਇਸ ਲਈ ਜੋ ਵੀ ਅਸੀਂ ਦੇਖਦੇ ਹਾਂ ਉਹ ਉਹੀ ਚੀਜ਼ ਹੈ ਜੋ ਅਸੀਂ ਇਸ ਨੂੰ ਦਿਖਾਉਂਦੇ ਹਾਂ। ਇਸ ਵਿੱਚ ਸਾਡੇ ਕੋਲ 3 ਕਿਸਮਾਂ ਹਨ: ਆਈਸੋਮੈਟ੍ਰਿਕ, ਡਾਇਮੈਟ੍ਰਿਕ ਅਤੇ ਟ੍ਰਾਈਮੈਟ੍ਰਿਕ ਪ੍ਰੋਜੈਕਸ਼ਨ। ਖਾਸ ਤੌਰ ਤੇ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਇਹਨਾਂ ਪਾਸਿਆਂ ਤੇ ਇੱਕ ਰੇਖਾ 30 ਡਿਗਰੀ ਐਂਗਲ ਬਣਾਉਂਦੀ ਹੈ। ਅਸੀਂ ਇਸ ਬਾਰੇ ਹੋਰ ਦੇਖਾਂਗੇ ਕਿ ਡਾਇਮੈਟ੍ਰਿਕ ਵਿੱਚ ਇਹ ਐਂਗਲ 30 ਡਿਗਰੀ ਤੋਂ ਘੱਟ ਹੈ, ਜਿਸ ਨੂੰ ਅਸੀਂ ਇੱਕ ਪਾਸੇ 15 ਡਿਗਰੀ ਕਹਿੰਦੇ ਹਾਂ। ਜੇ ਇਹ ਟ੍ਰਾਈਮੈਟ੍ਰਿਕ ਪ੍ਰੋਜੈਕਸ਼ਨ ਹੈ ਤਾਂ ਸਾਡੇ ਕੋਲ 3 ਵੱਖ-ਵੱਖ ਐਂਗਲ ਹਨ। ਇਸ ਲਈ ਸਾਡੇ ਕੋਲ 15 ਡਿਗਰੀ, 45 ਡਿਗਰੀ ਐਂਗਲ ਹੋਣਗੇ ਅਤੇ ਬਾਕੀ ਦੀ ਚੀਜ਼ ਹੋਰ ਐਂਗਲ ਬਣਾਉਂਦੀ ਹੈ। ਇਸ ਤਰ੍ਹਾਂ ਦੇ 3 ਐਂਗਲ ਹਨ। ਜੇ ਅਸੀਂ ਆਈਸੋਮੈਟ੍ਰਿਕ ਵਿੱਚ ਟ੍ਰਾਈਮੈਟ੍ਰਿਕ ਦੀ ਵਰਤੋਂ ਕਰਦੇ ਹਾਂ ਤਾਂ ਉਸੇ ਤਰ੍ਹਾਂ ਦੇ ਐਂਗਲ ਵਿੱਚ ਸਾਡੇ ਕੋਲ 30 ਡਿਗਰੀ, ਡਾਇਮੈਟ੍ਰਿਕ ਵਿੱਚ 2 ਵੱਖ-ਵੱਖ ਐਂਗਲ ਹੋਣਗੇ। ਹੁਣ ਅਸੀਂ ਇਸ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਬਾਰੇ ਵਿਸਥਾਰ ਵਿੱਚ ਜਾਣਾਂਗੇ। ਆਈਸੋਮੈਟ੍ਰਿਕ ਮਤਲਬ ਬਰਾਬਰ ਮਾਪ। ਇੱਥੇ ਬਰਾਬਰ ਮਾਪ ਐਂਗਲ ਸਾਡੇ ਕੋਲ ਹੋਣਗੇ, ਅਤੇ ਇਹ ਪੈਰਲਲ ਪ੍ਰੋਜੈਕਸ਼ਨ ਦੀ ਇੱਕ ਟਾਈਪ ਹੈ। ਪੈਰਲਲ ਲਈ ਦੂਸਰਾ ਸ਼ਬਦ ਐਕਸੋਨੋਮੈਟ੍ਰਿਕ ਹੈ, ਜਿੱਥੇ x ਅਤੇ z ਐਕਸਿਸ 30 ਡਿਗਰੀ ਦੇ ਐਂਗਲ ਤੇ ਹੌਰੀਜ਼ੌਨਟਲ ਪਲੇਨ ਵੱਲ ਝੁਕੇ ਹੋਏ ਹਨ। ਜਿਸ ਦਾ ਮਤਲਬ ਹੈ ਕਿ ਜੇ ਮੈਂ ਇੱਕ ਵਸਤੂ ਨੂੰ ਉਦਾਹਰਨ ਲਈ ਇੱਥੇ ਲੈ ਰਿਹਾ ਹਾਂ, ਤਾਂ ਇਹ ਐਂਗਲ 30 ਡਿਗਰੀ ਹੈ। ਇਸੇ ਤਰ੍ਹਾਂ ਇਹ ਐਂਗਲ 30 ਡਿਗਰੀ ਹੈ ਅਤੇ ਐਕਸੋਨੋਮੈਟ੍ਰਿਕ ਐਕਸਿਸ ਦੇ ਵਿਚਕਾਰ ਐਂਗਲ 120 ਡਿਗਰੀ ਦੇ ਬਰਾਬਰ ਹੈ। ਇਸ ਲਈ ਹੁਣ ਸਾਡੇ ਕੋਲ ਪਾਸਿਆਂ ਦੇ ਕਿਨਾਰਿਆਂ ਉੱਤੇ ਕਿਊਬੋਇਡ ਰੇਖਾਵਾਂ
ਹਨ। ਇਸ ਲਈ ਆਓ ਅਸੀਂ ਕਿਨਾਰੇ ਨੂੰ ਇੱਕ ਕਿਨਾਰਾ B ਕਹਿੰਦੇ ਹਾਂ। ਵਿਊ ਵਿੱਚ ਕਿਨਾਰੇ A ਅਤੇ ਕਿਨਾਰੇ B ਵਿਚਕਾਰ ਐਂਗਲ ਹਮੇਸ਼ਾ 120 ਡਿਗਰੀ ਹੋਵੇਗਾ। ਹਾਲਾਂਕਿ ਅਸਲ ਵਸਤੂ ਦਾ ਇੱਕ ਦੂਜੇ ਨਾਲ 90 ਡਿਗਰੀ ਐਂਗਲ ਔਰਥੋਗੋਨਲ ਹੈ, ਪਰ ਜਦੋਂ ਅਸੀਂ ਦੋ ਡਾਇਮੈਂਸ਼ਨਲ ਪਲੇਨ ਉਤੇ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਦਿਖਾ ਰਹੇ ਹਾਂ, ਕਿਨਾਰੇ ਐਕਸਿਸ ਆਈਸੋਮੈਟ੍ਰਿਕ ਐਕਸਿਸ ਜੋ ਸਾਰੇ ਪਾਸਿਆਂ ਤੇ 120 ਡਿਗਰੀ ਨੂੰ ਬਰਾਬਰ ਬਣਾਉਂਦੇ ਹਨ। ਇਹ ਪਹਿਲੀ ਚੀਜ਼ ਹੈ ਜੋ ਅਸੀਂ ਸਿੱਖਾਂਗੇ। ਇਸ ਲਈ ਜੇ ਮੈਂ ਇੱਥੇ ਇੱਕ ਪਿਕਚਰ ਡਰਾਇੰਗ ਕਰ ਰਿਹਾ ਹਾਂ ਤਾਂ ਕੋਈ ਵੀ ਵਸਤੂ ਚੀਜ਼ ਓਬਜੈਕਟ ਡਾਇਮੈਂਸ਼ਨ ਇੱਥੇ 30 ਡਿਗਰੀ ਬਣਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਇਹ ਇੱਕ 30 ਡਿਗਰੀ ਬਣਾਉਂਦਾ ਹੈ। ਉਦਾਹਰਨ ਲਈ, ਇੱਕ ਕਿਊਬ ਦੇ ਕਿਨਾਰਿਆਂ ਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਤਾਂ ਜੋ ਉਹ ਸਾਰੇ ਮਾਪ ਇੱਕੋ ਜਿਹੇ ਹੋਣ ਅਤੇ ਇੱਕ ਦੂਜੇ ਨਾਲ 120 ਡਿਗਰੀ ਦੇ ਬਰਾਬਰ ਐਂਗਲ ਬਣਾਉਂਦੇ ਹਨ, ਜੋ ਆਈਸੋਮੈਟ੍ਰਿਕ ਵਿਊ ਲਈ ਪਹਿਲੀ ਚੀਜ਼ ਹੈ। ਆਈਸੋਮੈਟ੍ਰਿਕ ਪ੍ਰੋਜੈਕਸ਼ਨ ਵਿੱਚ ਐਕਸੋਨੋਮੈਟ੍ਰਿਕ ਧੁਰੇ ਦੇ ਵਿਚਕਾਰ ਸਾਰੇ ਕੋਣ ਬਰਾਬਰ ਹੁੰਦੇ ਹਨ। ਇਹ 120 ਡਿਗਰੀ ਬਣਾਉਣਾ ਮੰਨਿਆ ਜਾਂਦਾ ਹੈ ਅਤੇ ਉਹ ਬਰਾਬਰ ਹੁੰਦੇ ਹਨ। ਤੀਸਰਾ ਬਿੰਦੂ, ਆਈਸੋਮੈਟ੍ਰਿਕ ਪ੍ਰੋਜੈਕਸ਼ਨ ਤਿਆਰ ਕਰਨ ਲਈ ਕਿਸੇ ਨੂੰ ਓਬਜੈਕਟ ਨੂੰ ਦਿਸ਼ਾ ਨਿਰਦੇਸ਼ਿਤ ਕਰਨਾ ਹੁੰਦਾ ਹੈ ਤਾਂ ਜੋ ਇਸ ਦੇ ਮੁੱਖ ਕਿਨਾਰੇ ਜੋ ਵੀ ਕਿਨਾਰੇ ਹੋਣ, ਜਿਨ੍ਹਾਂ ਨੂੰ ਅਸੀਂ ਪ੍ਰਮੁੱਖ ਕਿਨਾਰੇ ਕਹਿੰਦੇ ਹਾਂ। ਉਦਾਹਰਨ ਲਈ, ਜੇਕਰ ਮੈਂ ਇੱਕ ਕਿਨਾਰਾ B ਕਿਨਾਰਾ C ਕਿਨਾਰਾ ਚੁਣ ਰਿਹਾ ਹਾਂ, ਇਹ ਮਨਮਾਨੇ ਤੌਰ ਤੇ ਮੈਂ ਚੁਣ ਰਿਹਾ ਹਾਂ। ਇੱਕ ਵਾਰ ਜਦੋਂ ਅਸੀਂ ਇਹ ਫੈਸਲਾ ਕਰ ਲੈਂਦੇ ਹਾਂ ਕਿ ਉਹ ਪ੍ਰਮੁੱਖ ਕਿਨਾਰੇ ਕਿਹੜੇ ਹਨ, ਉਹਨਾਂ ਨੂੰ ਪ੍ਰੋਜੈਕਸ਼ਨ ਦੇ ਪਲੇਨ ਦੇ ਬਰਾਬਰ ਐਂਗਲ ਬਣਾਉਣੇ ਚਾਹੀਦੇ ਹਨ, ਤਾਂ ਜੋ ਸਾਨੂੰ ਉਸ ਵਸਤੂ ਨੂੰ ਇਸ ਤਰੀਕੇ ਨਾਲ ਘੁਮਾਉਣਾ ਪਏਗਾ ਕਿ ਜਦੋਂ ਮੈਂ ਉਸ ਵਸਤੂ ਦੀ ਕਲਪਨਾ ਕਰਦਾ ਹਾਂ ਤਾਂ ਇਹ ਕਿਨਾਰੇ 120 ਡਿਗਰੀ ਬਣਾਉਣੇ ਚਾਹੀਦੇ ਹਨ। ਹੁਣ ਅਸੀਂ ਆਈਸੋਮੈਟ੍ਰਿਕ ਐਕਸਿਸ ਅਤੇ ਆਈਸੋਮੈਟ੍ਰਿਕ ਪਲਾਨਾਂ ਬਾਰੇ ਹੋਰ ਦੇਖਾਂਗੇ ਕਿ ਕਿਊਬ ਦੇ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਵਿੱਚ ਐਂਗਲ ਜਾਂ ਤਾਂ 120 ਡਿਗਰੀ ਜਾਂ 60 ਡਿਗਰੀ ਹੁੰਦੇ ਹਨ, ਇਸ ਆਧਾਰ ਤੇ ਕਿ ਅਸੀਂ ਕਿਵੇਂ ਪਰਿਭਾਸ਼ਿਤ ਕਰ ਰਹੇ ਹਾਂ, ਅਤੇ ਇਹ ਸਾਰੇ 90 ਡਿਗਰੀ ਐਂਗਲ ਦੇ ਪ੍ਰੋਜੈਕਸ਼ਨ ਹਨ। ਇਸ ਲਈ ਅਸੀਂ ਇੱਕ ਕਿਊਬੋਇਡ ਵਿੱਚ ਲੈਂਦੇ ਹਾਂ। ਉਦਾਹਰਨ ਲਈ, ਅਸੀਂ ਇੱਕ ਕਿਊਬੋਇਡ ਲੈਂਦੇ ਹਾਂ ਜਿੱਥੇ ਕਿਨਾਰੇ 90 ਡਿਗਰੀ ਹੁੰਦੇ ਹਨ। ਅਸੀਂ ਇਸ ਤਰੀਕੇ ਨਾਲ ਦਿਸ਼ਾ ਦਿੰਦੇ ਹਾਂ ਕਿ ਇਹਨਾਂ ਕਿਨਾਰਿਆਂ ਵਿਚਕਾਰ ਐਂਗਲ 120 ਡਿਗਰੀ ਬਣਾਉਂਦਾ ਹੈ। ਕੋਈ ਵੀ ਉਹਨਾਂ ਕਿਨਾਰਿਆਂ ਨੂੰ ਆਈਸੋਮੈਟ੍ਰਿਕ ਐਕਸਿਸ ਵਜੋਂ ਵਰਤ ਸਕਦਾ ਹੈ ਕਿਉਂਕਿ ਇੱਥੇ ਕਿਨਾਰੇ 120 ਡਿਗਰੀ ਬਣਾ ਰਹੇ ਹਨ। ਇਸ ਲਈ ਇਹ ਰੇਖਾਵਾਂ ਸਾਡੇ ਆਈਸੋਮੈਟ੍ਰਿਕ ਐਕਸਿਸ 1, 2, 3 ਹਨ। ਜੇ ਤੁਸੀਂ ਇਸ ਨੂੰ ਵੇਖ ਰਹੇ ਹੋ ਤਾਂ ਇਹ 120 ਡਿਗਰੀ ਨਹੀਂ ਬਣਾ ਰਹੇ ਹਨ, ਇਸ ਲਈ ਉਹ ਆਈਸੋਮੈਟ੍ਰਿਕ ਧੁਰਾ ਨਹੀਂ ਹਨ। ਜੋ ਵੀ ਕਿਨਾਰੇ 120 ਡਿਗਰੀ ਬਣਾਉਂਦੇ ਹਨ, ਅਸੀਂ ਉਹਨਾਂ ਨੂੰ ਐਕਸਿਸ ਕਹਿੰਦੇ ਹਾਂ। ਇੱਕ ਕਣ ਦੇ ਇੱਕ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਵਿੱਚ ਕਿਊਬ ਦੇ ਚਿਹਰੇ ਅਤੇ ਉਹਨਾਂ ਦੇ ਪੈਰਲਲ ਕਿਸੇ ਵੀ ਪਲੇਨ ਨੂੰ ਆਈਸੋਮੈਟ੍ਰਿਕ ਪਲੇਨ ਕਿਹਾ ਜਾਂਦਾ ਹੈ। ਇਸ ਲਈ ਇੱਥੇ ਫੇਸ ਹਨ। ਇਹ ਇੱਕ ਫੇਸ ਹੈ। ਇਹ ਦੂਜਾ ਫੇਸ ਹੈ। ਅਤੇ ਇਹ ਹੋਰ ਫੇਸ ਹੈ। ਇਸ ਲਈ ਇਹ ਆਈਸੋਮੈਟ੍ਰਿਕ ਪਲੇਨ ਹਨ ਜਿਸਦੇ ਪੈਰਲਲ ਕੋਈ ਵੀ ਪਲੇਨ ਨੂੰ ਅਸੀਂ ਇਸ ਨੂੰ ਆਈਸੋਮੈਟ੍ਰਿਕ ਪਲੇਨ ਕਹਿੰਦੇ ਹਾਂ। ਆਈਸੋਮੈਟ੍ਰਿਕ ਪ੍ਰੋਜੈਕਸ਼ਨ ਵਿੱਚ ਇੱਕ ਕਿਊਬ ਲੈ ਰਹੇ ਹਾਂ ਤਾਂ ਅਸੀਂ ਇਸ ਨੂੰ ਇੱਕ ਹੈਕਸਾਗਨ ਵਾਂਗ ਸਮਝਦੇ ਹਾਂ। ਤਾਂ ਆਓ ਇਹਨਾਂ ਕਿਨਾਰਿਆਂ ਨੂੰ ਵੇਖੀਏ। ਇਹ ਸਟੈਂਡਰਡ ਪਰੰਪਰਾਵਾਂ ਹਨ ਜਦੋਂ ਕੋਈ ਸੁਰੱਖਿਆ ਚੀਜ਼ ਲਈ ਡਰਾਇੰਗ ਸ਼ੀਟਾਂ ਦੀ ਸਪਲਾਈ ਕਰਦਾ ਹੈ। ਇਹਨਾਂ ਵਿੱਚੋਂ ਕਿਸੇ ਇੱਕ ਕਿਨਾਰੇ
ਦੇ ਪੈਰਲਲ ਕਿਸੇ ਵੀ ਲਾਈਨ ਨੂੰ ਲਾਈਨ ਪੈਰਲਲ ਕਿਹਾ ਜਾਂਦਾ ਹੈ। ਇਹ ਇੱਕ ਆਈਸੋਮੈਟ੍ਰਿਕ ਲਾਈਨ ਹੈ। ਜੇਕਰ ਅਸੀਂ ਇਸ ਆਈਸੋਮੈਟ੍ਰਿਕ ਐਕਸਿਸ ਦੇ ਸਮਾਨਾਂਤਰ ਨਾ ਹੋਣ ਵਾਲੀ ਇੱਕ ਰੇਖਾ ਡਰਾਇੰਗ ਕਰ ਰਹੇ ਹਾਂ ਤਾਂ ਅਸੀਂ ਗੈਰ ਆਈਸੋਮੈਟ੍ਰਿਕ ਲਾਈਨ ਕਹਿੰਦੇ ਹਾਂ। ਉਦਾਹਰਨ ਲਈ, ਆਓ ਇਸ ਤਰੀਕੇ ਨਾਲ ਇੱਕ ਲਾਈਨ ਡਰਾ ਕਰੀਏ ਕਿ ਇਹ ਨੀਲੀ ਲਾਈਨ ਇਸ ਆਈਸੋਮੈਟ੍ਰਿਕ ਐਕਸਿਸ ਦੇ ਪੈਰਲਲ ਨਹੀਂ ਹੈ। ਇਸ ਤਰ੍ਹਾਂ ਦੀਆਂ ਲਾਈਨਾਂ ਜਿਨ੍ਹਾਂ ਨੂੰ ਅਸੀਂ ਗੈਰ ਆਈਸੋਮੈਟ੍ਰਿਕ ਲਾਈਨਾਂ ਕਹਿੰਦੇ ਹਾਂ। ਤਾਂ ਬਾਅਦ ਵਿੱਚ ਅਸੀਂ ਦੇਖਾਂਗੇ ਕਿ ਅਸਲ ਰੇਖਾਵਾਂ ਸ਼ਾਇਦ ਆਈਸੋਮੈਟ੍ਰਿਕ ਲਾਈਨਾਂ ਤੇ ਹੁੰਦੀਆਂ ਹਨ ਜਦੋਂ ਤੁਸੀਂ ਐਂਗਲਾਂ ਨੂੰ ਮਾਪ ਰਹੇ ਹੁੰਦੇ ਹੋ। ਜਦੋਂ ਤੁਸੀਂ ਰੇਖਾਵਾਂ ਨੂੰ ਮਾਪ ਰਹੇ ਹੁੰਦੇ ਹੋ ਤਾਂ ਕਿਸੇ ਨੂੰ ਇਸ ਨੂੰ ਆਈਸੋਮੈਟ੍ਰਿਕ ਐਕਸਿਸ ਦੇ ਰੂਪ ਵਿੱਚ ਗਿਣਨਾ ਪੈਂਦਾ ਹੈ। ਸਾਨੂੰ ਗੈਰ ਆਈਸੋਮੈਟ੍ਰਿਕ ਲਾਈਨਾਂ ਤੇ ਸ਼ਾਬਦਿਕ ਤੌਰ ਤੇ ਕੋਈ ਲੈਂਥ ਨਹੀਂ ਲੈਣੀ ਚਾਹੀਦੀ ਹੈ। ਅਸੀਂ ਬਿੰਦੂਆਂ ਨੂੰ ਲੱਭਦੇ ਹਾਂ, ਉਹਨਾਂ ਦੂਰੀ ਨੂੰ ਮਾਪਦੇ ਹਾਂ, ਫਿਰ ਉਹਨਾਂ ਦੂਰੀਆਂ ਨੂੰ ਆਈਸੋਮੈਟ੍ਰਿਕ ਦੇ ਰੂਪ ਵਿੱਚ ਬਦਲਦੇ ਹਾਂ, ਫਿਰ ਅਸੀਂ ਸੱਚੀਆਂ ਰੇਖਾਵਾਂ ਵਿੱਚ ਬਦਲ ਦੇਵਾਂਗੇ। ਇਸ ਲਈ ਪਹਿਲਾ ਕਦਮ, ਜਦੋਂ ਤੁਸੀਂ ਇਹਨਾਂ ਆਈਸੋਮੈਟ੍ਰਿਕ ਪਲੇਨਾਂ ਦੇ ਆਈਸੋਮੈਟ੍ਰਿਕ ਐਕਸਿਸ ਅਤੇ ਲਾਈਨਾਂ ਤੇ ਹੈਂਡਲ ਕਰ ਰਹੇ ਹੋਵੋ ਤਾਂ ਜੋ ਵੀ ਜਾਣਕਾਰੀ ਸਾਨੂੰ ਇਸ ਆਈਸੋਮੈਟ੍ਰਿਕ ਐਕਸਿਸ ਦੀ ਜਾਣਕਾਰੀ ਤੋਂ ਪ੍ਰਾਪਤ ਕਰਨੀ ਪਵੇ, ਜਿਸ ਨੂੰ ਅੱਗੇ ਸੋਧਿਆ ਜਾਣਾ ਹੈ। ਉਦਾਹਰਨ ਲਈ, ਜੇ ਅਸੀਂ ਇੱਥੇ ਇੱਕ ਕਿਊਬ ਲੈ ਰਹੇ ਹਾਂ ਤਾਂ ਅਸੀਂ ਆਈਸੋਮੈਟ੍ਰਿਕ ਸਕੇਲ ਨਾਮਕ ਇੱਕ ਸਕੇਲ ਦੀ ਵਰਤੋਂ ਕਰਦੇ ਹਾਂ। ਇਸ ਨੂੰ ਆਈਸੋਮੈਟ੍ਰਿਕ ਲੈਂਥ ਤੋਂ ਸਹੀ ਲੈਂਥ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਲਈ ਕਿਊਬੋਇਡ ਦਾ ਅਸਲੀਅਤ ਵਿੱਚ ਇਕਾਈ ਮਾਪ ਹੋ ਸਕਦਾ ਹੈ। ਜਦੋਂ ਅਸੀਂ ਇਸ ਨੂੰ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਕਾਗਜ਼ ਤੇ ਪ੍ਰਸਤੁਤ ਕਰ ਰਹੇ ਹੁੰਦੇ ਹਾਂ ਤਾਂ ਵਸਤੂ ਦਾ ਆਕਾਰ ਇੱਕ ਯੂਨਿਟ ਲੈਂਥ ਨਹੀਂ ਹੋ ਸਕਦਾ ਹੈ। ਇਹ ਆਮ ਤੌਰ ਤੇ ਬਦਲਦਾ ਹੈ। ਇਹ ਸਹੀ ਲੈਂਥ ਦੇ 2 ਗੁਣਾ ਬਿੰਦੂ ਵਿੱਚ ਬਦਲਦਾ ਹੈ। ਉਦਾਹਰਨ ਲਈ, ਜੇ ਸਾਡੇ ਕੋਲ ਅਸਲ ਪੈਮਾਨਾ ਹੈ ਜੋ ਲੈਂਥ ਹੈ, ਅਸੀਂ ਇਸ ਨੂੰ ਇੱਕ ਪ੍ਰੋਜੈਕਸ਼ਨ ਦੇ ਰੂਪ ਵਿੱਚ ਪ੍ਰਸਤੁਤ ਕਰਨਾ ਚਾਹੁੰਦੇ ਹਾਂ ਤਾਂ ਇੱਕ ਡਾਇਮੈਂਸ਼ਨ ਪ੍ਰੋਜੈਕਸ਼ਨ, ਜੇ ਮੈਂ ਇਸ ਨੂੰ ਸੱਚਮੁੱਚ ਦਿਖਾਉਣਾ ਚਾਹੁੰਦਾ ਹਾਂ ਤਾਂ ਸਕੇਲ 45 ਡਿਗਰੀ ਦੇ ਐਂਗਲ ਤੇ ਹੈ। ਅਤੇ ਜਦੋਂ ਅਸੀਂ ਇਹਨਾਂ ਨੂੰ ਆਈਸੋਮੈਟ੍ਰਿਕ ਵਿੱਚ ਪੇਸ਼ ਕਰਦੇ ਹਾਂ, ਉਦਾਹਰਨ ਲਈ ਇਸ ਲੈਂਥ, ਅਸੀਂ ਇਸ ਨੂੰ 30 ਡਿਗਰੀ ਚੀਜ਼ ਤੇ ਪ੍ਰੋਜੈਕਟ ਕਰਨ ਜਾ ਰਹੇ ਹਾਂ, ਤਾਂ ਇਹ ਉਹ ਲੈਂਥ ਹੈ ਜੋ ਅਸੀਂ ਇਸ ਨੂੰ ਗ੍ਰਾਫ ਸ਼ੀਟ ਤੇ ਦਿਖਾ ਰਹੇ ਹਾਂ। ਇਸ ਲਈ ਡਰਾਇੰਗ ਸ਼ੀਟ ਤੇ ਅਸੀਂ ਹਮੇਸ਼ਾ x ਕੋਆਰਡੀਨੇਟ y ਕੋਆਰਡੀਨੇਟ ਕਿਸਮ ਦੀ ਜਾਣਕਾਰੀ ਦੇ ਰੂਪ ਵਿੱਚ ਮਾਪਦੇ ਹਾਂ। ਤਾਂ ਉਦਾਹਰਨ ਲਈ x ਜਾਣਕਾਰੀ, ਜੇ ਮੈਂ ਇਸ ਨੂੰ ਮਾਪ ਰਿਹਾ ਹਾਂ ਤਾਂ ਡਰਾਇੰਗ ਸ਼ੀਟ ਤੇ ਉਹ ਬਿੰਦੂ ਕੀ ਹੋ ਸਕਦਾ ਹੈ? ਇਹ x ਦੇ ਰੂਪ ਵਿੱਚ ਹੋ ਸਕਦਾ ਹੈ। ਮੈਂ ਇਸ ਨੂੰ ਲਿਖ ਸਕਦਾ ਹਾਂ a cos 30 ਬਰਾਬਰ ਹੈ x ਦੇ। ਹਾਲਾਂਕਿ ਅਸਲ ਲਾਈਨ 45 ਡਿਗਰੀ ਲੈਂਥ ਤੇ 45 ਡਿਗਰੀ ਇੰਕਲਿਨੇਸ਼ਨ ਹੈ। ਫਿਰ ਉਸ ਸਥਿਤੀ ਵਿੱਚ ਆਓ ਅਸੀਂ ਉਸ ਲਾਈਨ B ਨੂੰ 45 ਡਿਗਰੀ ਦਾ ਐਂਗਲ ਬਣਾਉਂਦੇ ਹੋਏ ਕਹੀਏ ਤਾਂ B cos 45 ਦੁਬਾਰਾ ਬਰਾਬਰ ਹੈ x ਦੇ, ਕਿਉਂਕਿ ਅਸੀਂ ਉਸ ਲੈਂਥ ਨੂੰ ਦੁਬਾਰਾ ਇਸ ਪਲੇਨ ਉੱਤੇ ਪੇਸ਼ ਕਰ ਰਹੇ ਹਾਂ। ਇਸ ਲਈ ਦੋਵਾਂ ਸਥਿਤੀਆਂ ਵਿੱਚ x ਇੱਕੋ ਜਿਹਾ ਰਹਿੰਦਾ ਹੈ, ਭਾਵ B cos 45 1 cos 30 ਦੇ ਬਰਾਬਰ ਹੁੰਦਾ ਹੈ। ਇਸ ਲਈ ਡਰਾਇੰਗ ਸ਼ੀਟ ਉੱਤੇ ਜੇ ਮੈਂ ਉਸ ਅਸਲ ਲਾਈਨ ਲਈ ਇੱਕੋ x ਨੂੰ ਦਰਸਾਉਣ ਜਾ ਰਿਹਾ ਹਾਂ ਅਤੇ ਇਸ ਅਨੁਮਾਨਿਤ ਲਾਈਨ ਨੂੰ ਵੀ, ਤਾਂ ਮੈਨੂੰ ਇੱਕ ਦੂਜੇ ਦੇ ਬਰਾਬਰ ਕਰਨਾ ਪਵੇਗਾ। ਜੇ ਮੈਂ ਇੱਕ ਦੂਜੇ ਦੀ ਬਰਾਬਰੀ ਕਰਨ ਜਾ ਰਿਹਾ ਹਾਂ ਤਾਂ a ਵਟਾ b, ਜੋ ਕਿ ਸਹੀ ਲੈਂਥ ਹੈ, ਮੈਨੂੰ cos 45 ਵਟਾ cos 30 ਮਿਲੇਗਾ। ਤਾਂ ਇਹ ਇੱਕ ਸਹੀ ਲੈਂਥ ਹੈ ਅਤੇ ਇਹ ਆਈਸੋਮੈਟ੍ਰਿਕ ਲੈਂਥ ਹੈ। ਇਸ ਲਈ ਆਈਸੋਮੈਟ੍ਰਿਕ ਸਕੇਲ ਅਸਲ ਵਿੱਚ ਇਸ ਕਿਸਮ ਦੀ ਟਰਮੀਨੋਲੋਜੀ ਨੂੰ ਪਰਿਭਾਸ਼ਿਤ ਕਰਦਾ ਹੈ ਜਿੱਥੇ ਅਸੀਂ ਆਈਸੋਮੈਟ੍ਰਿਕ ਰੇਖਾਵਾਂ ਦੀ ਸਹੀ ਰੇਖਾਵਾਂ ਨਾਲ ਤੁਲਨਾ ਕਰਨ ਜਾ ਰਹੇ ਹਾਂ। ਇਸ ਲਈ ਜਦੋਂ ਅਸੀਂ ਆਈਸੋਮੈਟ੍ਰਿਕ ਰੇਖਾਵਾਂ ਨੂੰ ਵੇਖਦੇ ਹਾਂ ਤਾਂ ਇਹ ਹਮੇਸ਼ਾ ਇਸ x ਐਕਸਿਸ ਤੇ 30 ਡਿਗਰੀ ਬਣਾਉਂਦਾ ਹੈ। ਹਾਲਾਂਕਿ
ਐਕਸਿਸ 120 ਡਿਗਰੀ ਬਣਾਉਂਦਾ ਹੈ, ਪਰ ਜਦੋਂ ਅਸੀਂ ਹੋਰੀਜ਼ੋਨਟਲ ਦੇ ਸੰਬੰਧ ਵਿੱਚ ਮਾਪਦੇ ਹਾਂ ਤਾਂ ਇਹ 30 ਡਿਗਰੀ ਬਣਾਉਂਦਾ ਹੈ। ਇਸ ਲਈ ਆਈਸੋਮੈਟ੍ਰਿਕ ਲੈਂਥ ਵਾਲੀ ਚੀਜ਼ ਤੇਜ਼ੀ ਨਾਲ ਆਉਂਦੀ ਹੈ। cos 30 ਇੱਥੇ ਟਰੂ ਲੈਂਥ ਫੈਕਟਰ 45 ਤੇ ਆਉਂਦਾ ਹੈ। ਇਸ ਲਈ ਤੁਹਾਡਾ ਆਈਸੋਮੈਟ੍ਰਿਕ ਸਕੇਲ ਹਮੇਸ਼ਾ cos 45 ਵਟਾ cos 30 ਹੋਵੇਗਾ। ਇਸ ਲਈ ਇਹ 1/√2 ਵਟਾ √3 ਵਟਾ 2 ਹੋਵੇਗਾ, ਜੋ ਕਿ 0.8165 ਹੈ। ਇਹ ਉਹ ਸਕੇਲ ਹੈ ਜੋ ਅਸੀਂ ਇਸ ਨੂੰ ਵਰਤਣਾ ਹੈ। ਇਹ ਲਗਭਗ 82% ਹੈ। ਇਸ ਲਈ ਕੋਈ ਵੀ ਆਈਸੋਮੈਟ੍ਰਿਕ ਲੈਂਥ ਜੋ ਵੀ ਅਸੀਂ ਪ੍ਰਸਤੁਤ ਕਰਨ ਜਾ ਰਹੇ ਹਾਂ, ਉਹ ਤੁਹਾਡੀ ਅਸਲ ਲੈਂਥ ਦਾ 0.82 ਗੁਣਾ ਹੋਵੇਗੀ। ਇਸ ਲਈ ਜੇ ਮੈਂ ਤੁਹਾਨੂੰ ਇੱਕ ਡਰਾਇੰਗ ਸ਼ੀਟ ਦੇ ਰਿਹਾ ਹਾਂ ਜਿਸ ਤੇ ਆਈਸੋਮੈਟ੍ਰਿਕ ਰੇਖਾਵਾਂ ਵਰਗੀ ਕੋਈ ਚੀਜ਼ ਹੈ ਜਿਸ ਨੂੰ ਅਸੀਂ ਮਾਪ ਰਹੇ ਹਾਂ, ਅਸਲ ਲੈਂਥ ਉਸ ਲੈਂਥ ਦਾ 0.82 ਗੁਣਾ ਹੋਵੇਗੀ। ਇਸ ਲਈ ਉਦਾਹਰਨ ਲਈ ਪ੍ਰੋਜੈਕਸ਼ਨ ਤੇ ਜੇ ਮੈਂ ਇਸ ਵਸਤੂ ਦੀ ਡਰਾਇੰਗ ਸ਼ੀਟ ਤੇ ਦੇਖ ਰਿਹਾ ਹਾਂ ਤਾਂ ਅਸਲ ਵਸਤੂ ਉਸ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਨਾਲੋਂ ਬਹੁਤ ਵੱਡੀ ਹੋਵੇਗੀ। ਇਸ ਦੇ ਉਲਟ ਤੁਹਾਡਾ ਪੂਰਾ ਸਕੇਲ ਵਿਊ ਵਾਰ ਘਟਾ ਦਿੱਤਾ ਜਾਵੇਗਾ। ਅਤੇ ਨੋਟ ਕਰੋ ਕਿ ਆਈਸੋਮੈਟ੍ਰਿਕ ਵਿੱਚ ਇਹ ਕੋਣ ਹਮੇਸ਼ਾ ਦ੍ਰਿਸ਼ਟੀਕੋਣ ਵਿਊ ਵਿੱਚ 120 ਡਿਗਰੀ ਹੁੰਦਾ ਹੈ। ਜੇ ਅਸੀਂ ਤੁਲਨਾ ਕਰਨ ਜਾ ਰਹੇ ਹਾਂ, ਉਦਾਹਰਨ ਲਈ, ਇਸ ਬਿੰਦੂ ਨਾਲ ਇਸ ਬਿੰਦੂ ਨੂੰ ਲੈਂਥ h ਅਤੇ ਇਸ ਬਿੰਦੂ ਨੂੰ w ਕਿਹਾ ਜਾਂਦਾ ਹੈ। ਅਤੇ ਜੇ h ਵਟਾ w ਬਰਾਬਰ ਹੈ ਤਾਂ ਉੱਪਰਲੇ ਵਿਊ ਵਿੱਚ 1/√3 ਦੇ ਬਰਾਬਰ ਹੈ। ਇਹ ਐਂਗਲ 45 ਡਿਗਰੀ ਬਣਾਉਂਦਾ ਹੈ ਕਿਉਂਕਿ ਇਹ ਇੱਕ 30 ਡਿਗਰੀ ਵਿਊ ਦੇ ਅੰਦਰ ਹੈ। ਉਹੀ ਵਸਤੂ 35 ਡਿਗਰੀ ਐਂਗਲ ਬਣਾਉਣ ਵਾਲੇ ਘਟਾਓ ਸਕੇਲ ਵਾਂਗ ਦਿਖਾਈ ਦਿੰਦੀ ਹੈ। ਜਦੋਂ ਅਸੀਂ ਆਈਸੋਮੈਟ੍ਰਿਕ ਦ੍ਰਿਸ਼ਾਂ ਵਿੱਚ ਸੱਚੀਆਂ ਵਸਤੂਆਂ ਦੀ ਪ੍ਰਤੀਨਿਧਤਾ ਕਰਦੇ ਹਾਂ ਤਾਂ ਕੋਣ ਰੇਖਾਵਾਂ ਬਦਲਦੀਆਂ ਹਨ। ਆਓ ਅਸੀਂ ਇਹਨਾਂ ਲੈਂਥ ਦੇ ਪੈਮਾਨਿਆਂ ਬਾਰੇ ਹੋਰ ਦੇਖੀਏ ਅਤੇ ਇੱਕ ਆਈਸੋਮੈਟ੍ਰਿਕ ਡਰਾਇੰਗ ਵਿੱਚ ਅਸਲ ਲੈਂਥ ਦੀ ਦੂਰੀ ਸਿਰਫ ਆਈਸੋਮੈਟ੍ਰਿਕ ਰੇਖਾਵਾਂ ਨਾਲ ਮਾਪੀ ਜਾ ਸਕਦੀ ਹੈ। ਇਹ ਉਹ ਰੇਖਾਵਾਂ ਹਨ ਜੋ ਕਿਸੇ ਵੀ ਆਈਸੋਮੈਟ੍ਰਿਕ ਐਕਸਿਸ ਦੇ ਸਮਾਨਾਂਤਰ ਚੱਲਦੀਆਂ ਹਨ। ਉਦਾਹਰਨ ਲਈ ਜੇ ਮੈਂ ਪਰਿਭਾਸ਼ਿਤ ਕਰ ਰਿਹਾ ਹਾਂ ਇਹ ਆਈਸੋਮੈਟ੍ਰਿਕ ਐਕਸਿਸ ਹਨ, ਮੈਂ ਇਸ ਨੂੰ ਸਹੀ ਲੈਂਥ ਦੇ ਤੌਰ ਤੇ ਮਾਪ ਸਕਦਾ ਹਾਂ। ਕੋਈ ਵੀ ਲਾਈਨ ਜੋ ਆਈਸੋਮੈਟ੍ਰਿਕ ਐਕਸਿਸ ਦੇ ਸਮਾਨਾਂਤਰ ਨਹੀਂ ਚੱਲਦੀ ਹੈ, ਨੂੰ ਗੈਰ ਆਈਸੋਮੈਟ੍ਰਿਕ ਲਾਈਨ ਕਿਹਾ ਜਾਂਦਾ ਹੈ। ਉਦਾਹਰਨ ਲਈ ਜੇ ਮੈਂ ਇੱਕ ਲਾਈਨ ਚੁਣਨ ਜਾ ਰਿਹਾ ਹਾਂ ਤਾਂ ਸ਼ਾਇਦ ਇਹ ਇੱਕ ਹੈ, ਕਿਉਂਕਿ ਇਹ ਇਸ ਦੇ ਲਾਈਨ ਪੈਰਲਲ ਹੈ, ਇਹ ਇੱਕ ਉਸ ਦੇ ਪੈਰਲਲ ਹੈ। ਇਸੇ ਤਰ੍ਹਾਂ ਇਹ ਰੇਖਾ ਇਸ ਦੇ ਲਾਈਨ ਪੈਰਲਲ ਹੈ, ਇਸ ਲਈ ਇਹ ਆਈਸੋਮੈਟ੍ਰਿਕ ਲਾਈਨ ਹਨ ਅਤੇ ਮੈਂ ਹਮੇਸ਼ਾ ਇਹਨਾਂ ਆਈਸੋਮੈਟ੍ਰਿਕ ਲਾਈਨ ਨੂੰ ਲੱਭ ਸਕਦਾ ਹਾਂ, ਜਦੋਂ ਕਿ ਕੋਈ ਵੀ ਹੋਰ ਕੋਣ, ਕੋਈ ਹੋਰ ਰੇਖਾ ਜੋ ਇਸ ਆਈਸੋਮੈਟ੍ਰਿਕ ਐਕਸਿਸ ਦੇ ਪੈਰਲਲ ਨਹੀਂ ਹੈ। ਮੈਂ ਅਸਲ ਵਿੱਚ ਉਸ ਵਸਤੂ ਦੀ ਸਹੀ ਲੈਂਥ ਪ੍ਰਾਪਤ ਨਹੀਂ ਕਰ ਸਕਦਾ ਹਾਂ। ਗੈਰ ਆਈਸੋਮੈਟ੍ਰਿਕ ਲਾਈਨਾਂ ਵਿੱਚ ਇਨਕਲਾਈਨਡ ਅਤੇ ਤਿਰਛੀਆਂ ਰੇਖਾਵਾਂ ਸ਼ਾਮਲ ਹੁੰਦੀਆਂ ਹਨ ਅਤੇ ਉਹਨਾਂ ਨੂੰ ਸਿੱਧੇ ਤੌਰ ਤੇ ਮਾਪਿਆ ਨਹੀਂ ਜਾ ਸਕਦਾ ਹੈ। ਇਸ ਦੀ ਬਜਾਏ ਉਹਨਾਂ ਨੂੰ ਦੋ ਅੰਤ ਬਿੰਦੂਆਂ ਦਾ ਪਤਾ ਲਗਾ ਕੇ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਪਹਿਲਾਂ ਸਾਨੂੰ ਉਹਨਾਂ ਬਿੰਦੂਆਂ ਤੋਂ ਬਿੰਦੂਆਂ ਦਾ ਪਤਾ ਲਗਾਉਣਾ ਪਵੇਗਾ ਜੋ ਅਸੀਂ ਸੰਬੰਧਾਂ ਦੀ ਆਈਸੋਮੈਟ੍ਰਿਕ ਟਰੂ ਲੈਂਥ ਗਾਈਡ ਦੇ ਕਨੈਕਸ਼ਨਾਂ ਦੀ ਵਰਤੋਂ ਕਰਕੇ ਫਿਰ ਇਹ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰੋ ਕਿ ਜਦੋਂ ਅਸੀਂ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਤੇ ਪ੍ਰਤੀਨਿਧਤਾ ਕਰ ਰਹੇ ਹੁੰਦੇ ਹਾਂ, ਤਾਂ ਲੁਕਵੀਆਂ ਰੇਖਾਵਾਂ ਦੇ ਸੰਬੰਧ ਵਿੱਚ ਉਹ ਲੈਂਥ ਕੀ ਹੋ ਸਕਦੀ ਹੈ। ਆਈਸੋਮੈਟ੍ਰਿਕ ਡਰਾਇੰਗਾਂ ਵਿੱਚ ਲੁਕਵੀਆਂ ਰੇਖਾਵਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਦੋਂ ਤੱਕ ਕਿ ਉਹ ਆਬਜੈਕਟ ਦਾ ਪੂਰੀ ਤਰ੍ਹਾਂ ਵਰਣਨ ਕਰਨ ਲਈ ਬਿਲਕੁਲ ਜ਼ਰੂਰੀ ਨਹੀਂ ਹੁੰਦੀਆਂ।
ਜ਼ਿਆਦਾਤਰ ਆਈਸੋਮੈਟ੍ਰਿਕ ਡਰਾਇੰਗਾਂ ਵਿੱਚ ਲੁਕੀਆਂ ਰੇਖਾਵਾਂ ਨਹੀਂ ਹੋਣਗੀਆਂ। ਜੇ ਤੁਸੀਂ ਕਿਸੇ ਵੀ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨੂੰ ਖੋਲ ਰਹੇ ਹੋ ਤਾਂ ਅਸੀਂ ਆਮ ਤੌਰ ਤੇ ਉਹ ਲੁਕੀਆਂ ਰੇਖਾਵਾਂ ਨਹੀਂ ਦਿਖਾਉਂਦੇ, ਜਦੋਂ ਤੱਕ ਕਿ ਇਹ ਲੁਕੀਆਂ ਰੇਖਾਵਾਂ ਦੀ ਵਰਤੋਂ ਕਰਨ ਤੋਂ ਬਚਣ ਲਈ ਦਿਖਾਉਣਾ ਬਹੁਤ ਮਹੱਤਵਪੂਰਨ ਨਾ ਹੋਵੇ। ਸਭ ਤੋਂ ਵਰਣਨਯੋਗ ਵਿਊ ਬਿੰਦੂ ਦੀ ਚੋਣ ਕਰੋ। ਇਸ ਲਈ ਸਾਨੂੰ ਉਸ ਵਸਤੂ ਨੂੰ ਇਸ ਤਰੀਕੇ ਨਾਲ ਘੁਮਾਉਣਾ ਪੈਂਦਾ ਹੈ ਕਿ ਜ਼ਿਆਦਾਤਰ ਵਰਣਨ ਜੋ ਵੀ ਅਸੀਂ ਉਸ ਵਸਤੂ ਤੋਂ ਪ੍ਰਾਪਤ ਕਰ ਸਕਦੇ ਹਾਂ ਉਸ ਦ੍ਰਿਸ਼ਟੀਕੋਣ ਵਿੱਚ ਸਾਨੂੰ ਇਹਨਾਂ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨੂੰ ਦਿਖਾਉਣਾ ਹੋਵੇਗਾ। ਹਾਲਾਂਕਿ, ਜੇ ਕੋਈ ਆਈਸੋਮੈਟ੍ਰਿਕ ਦ੍ਰਿਸ਼ਟੀਕੋਣ ਨਹੀਂ ਲੱਭਿਆ ਜਾ ਸਕਦਾ ਹੈ ਜੋ ਸਪੱਸ਼ਟ ਤੌਰ ਤੇ ਸਾਰੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਦਰਸਾਉਂਦਾ ਹੈ, ਤਾਂ ਸਾਨੂੰ ਲੁਕਵੀਆਂ ਰੇਖਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਇਸ ਲਈ ਆਬਜੈਕਟ ਨੂੰ ਇਸ ਵਰਣਨ ਦੇ ਜ਼ਿਆਦਾਤਰ ਨਾਲ ਦਿਖਾਇਆ ਜਾਣਾ ਚਾਹੀਦਾ ਹੈ। ਜੇ ਅਸੀਂ ਅਜੇ ਵੀ ਅਸਲ ਵਿੱਚ ਇਹ ਸਮਝਣ ਦੀ ਸਥਿਤੀ ਵਿੱਚ ਨਹੀਂ ਹਾਂ ਕਿ ਅਸੀਂ ਲੁਕਵੀਆਂ ਰੇਖਾਵਾਂ ਦੀ ਵਰਤੋਂ ਕਰ ਸਕਦੇ ਹਾਂ। ਕੇਂਦਰ ਰੇਖਾਵਾਂ ਤੇ ਵਾਪਸ ਆਉਣਾ। ਸੈਂਟਰ ਰੇਖਾਵਾਂ ਸਿਰਫ ਸਿਮਟਰੀ ਦਿਖਾਉਣ ਲਈ ਜਾਂ ਡਾਇਮੈਂਸ਼ਨਿੰਗ ਪੁਆਇੰਟ ਲਈ ਬਣਾਈਆਂ ਜਾਂਦੀਆਂ ਹਨ। ਆਮ ਤੌਰ ਤੇ ਕੇਂਦਰ ਰੇਖਾਵਾਂ ਨਹੀਂ ਦਿਖਾਈਆਂ ਜਾਂਦੀਆਂ ਹਨ, ਕਿਉਂਕਿ ਬਹੁਤ ਸਾਰੀਆਂ ਆਈਸੋਮੈਟ੍ਰਿਕ ਡਰਾਇੰਗਾਂ ਦੀ ਵਰਤੋਂ ਗੈਰ ਤਕਨੀਕੀ ਲੋਕਾਂ ਨਾਲ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ, ਨਾ ਕਿ ਇੰਜੀਨੀਅਰਿੰਗ ਉਦੇਸ਼ਾਂ ਲਈ। ਇਸ ਲਈ ਜਦੋਂ ਤੁਸੀਂ ਆਈਸੋਮੈਟ੍ਰਿਕ ਵਿਊ ਦਿਖਾ ਰਹੇ ਹੋ, ਜੇ ਇਹ ਸਭ ਤੋਂ ਮਹੱਤਵਪੂਰਨ ਹੈ ਤਾਂ ਹੀ ਅਸੀਂ ਇਸ ਕਿਸਮ ਦੀਆਂ ਸੈਂਟਰ ਰੇਖਾਵਾਂ ਦਿਖਾਵਾਂਗੇ, ਨਹੀਂ ਤਾਂ ਸਾਨੂੰ ਉਹਨਾਂ ਨੂੰ ਡਾਇਮੈਂਸ਼ਨਸ ਦੇ ਸੰਬੰਧ ਵਿੱਚ ਨਹੀਂ ਦਿਖਾਉਣਾ ਚਾਹੀਦਾ ਹੈ। ਜਦੋਂ ਅਸੀਂ ਡਾਇਮੈਂਸ਼ਨ ਰੇਖਾਵਾਂ ਅਤੇ ਐਕਸਟੈਂਸ਼ਨ ਰੇਖਾਵਾਂ ਦਿਖਾ ਰਹੇ ਹੁੰਦੇ ਹਾਂ, ਇਹ ਇੱਕੋ ਪਲੇਨ ਤੇ ਹੋਣਗੀਆਂ। ਇਸ ਲਈ ਅਸੀਂ ਜੋ ਵੀ ਮਾਪਾਂ ਨੂੰ ਐਕਸਟੈਂਸ਼ਨ ਰੇਖਾਵਾਂ ਦਿਖਾਵਾਂਗੇ, ਅਸੀਂ ਦਿਖਾਵਾਂਗੇ ਕਿ ਉਹ ਸਾਰੇ ਡਾਇਮੈਂਸ਼ਨ ਵਿੱਚ ਇੱਕੋ ਪਲੇਨ ਵਿੱਚ ਹੋਣੇ ਚਾਹੀਦੇ ਹਨ ਅਤੇ ਨੋਟਿਸ ਡਰਾਇੰਗ ਦੇ ਬੋਟਮ ਤੋਂ ਉੱਪਰ ਵੱਲ ਨੂੰ ਇੱਕ ਦਿਸ਼ਾਹੀਨ ਰੀਡਿੰਗ ਹੋਣੇ ਚਾਹੀਦੇ ਹਨ, ਅਤੇ ਜਦੋਂ ਵੀ ਸੰਭਵ ਹੋਵੇ, ਵਿਊ ਦੇ ਬਾਹਰ ਸਥਿਤ ਹੋਣਾ ਚਾਹੀਦਾ ਹੈ। ਇਸ ਲਈ ਜੇ ਤੁਸੀਂ ਦੇਖ ਰਹੇ ਹੋ ਤਾਂ ਇਹ ਉਸ ਵਿਊ ਤੋਂ ਬਾਹਰ ਹੈ, ਇਹ ਵੀ ਵਿਊ ਤੋਂ ਬਾਹਰ ਹੈ, ਅਤੇ ਆਮ ਤੌਰ ਤੇ ਅਸੀਂ ਇਸ ਨੂੰ ਬੋਟਮ ਤੋਂ ਲੈ ਕੇ ਉਸ ਤੱਕ ਮਾਪਦੇ ਹਾਂ। ਇਸੇ ਤਰ੍ਹਾਂ ਮੈਂ ਅਸਲ ਵਿੱਚ ਬੋਟਮ ਤੋਂ ਇਸ ਲੈਂਥ ਦਾ ਪਤਾ ਲਗਾਉਣਾ ਚਾਹੁੰਦਾ ਹਾਂ। ਮੈਂ ਇਹ ਦਿਖਾਵਾਂਗਾ, ਅਤੇ ਇਹ ਉਹਨਾਂ ਚੀਜ਼ਾਂ ਤੋਂ ਬਾਹਰ ਹਨ ਜੋ ਪਾਠ ਨੂੰ ਹੋਰੀਜ਼ੋਨਟਲ ਦਿਸ਼ਾ ਨਿਰਦੇਸ਼ਾਂ ਦੀ ਵਰਤੋਂ ਕਰਕੇ ਬੋਟਮ ਤੋਂ ਪੜ੍ਹਿਆ ਜਾਂਦਾ ਹੈ। ਇਸ ਦੇ ਸੰਬੰਧ ਵਿੱਚ ਇਸ ਦੇ ਹੋਰੀਜ਼ੋਨਟਲ ਦਿਸ਼ਾ ਨਿਰਦੇਸ਼ਾਂ ਨੂੰ ਸਾਨੂੰ ਕੋਈ ਵੀ ਹੋਰੀਜ਼ੋਨਟਲ ਦੇ ਲਾਈਨ ਪੈਰਲਲ ਦੇਖਣਾ ਹੋਵੇਗਾ। ਅਸੀਂ ਇਹ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ ਕਿ ਉਦਾਹਰਨ ਲਈ ਆਓ ਇੱਕ ਸਕੁਏਅਰ ਨੂੰ ਵੇਖੀਏ। ਇੱਕ ਵਰਗ ABCD ਜਿਸ ਦਾ ਡਾਇਮੈਂਸ਼ਨ 30 mm ਸਾਈਡ ਹੈ, ਅਸੀਂ ਇਸ ਨੂੰ ਇੱਥੇ ਦਿਖਾਇਆ ਹੈ। ਜੇ ਵਰਗ ਲੰਬਕਾਰੀ ਪਲੇਨ ਵਿੱਚ ਸਥਿਤ ਹੈ ਤਾਂ ਇਹ ਚਿੱਤਰ A ਵਿੱਚ ਆਈਸੋਮੈਟ੍ਰਿਕ ਵਿਊ ਵਿੱਚ 30 mm ਸਾਈਡ ਦੇ ਨਾਲ ਇੱਕ ਰੋਮਬਸ ਦੇ ਰੂਪ ਵਿੱਚ ਦਿਖਾਈ ਦੇਵੇਗਾ। ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਵਿੱਚ ਲੰਬਕਾਰੀ ਪਲੇਨ ਤੇ ਪਿਆ ਹੈ। ਸਾਨੂੰ ਇਸ ਤਰੀਕੇ ਨਾਲ ਘੁਮਾਉਣਾ ਹੈ ਕਿ ਅਸੀਂ ਇਸ ਐਂਗਲ ਨੂੰ ਦੇਖਾਂਗੇ ਜੋ ਵੀ ਇਹ 30 ਡਿਗਰੀ ਚੀਜ਼ ਬਣਾ ਰਿਹਾ ਹੈ। ਇਸ ਲਈ ਉਸ ਆਈਸੋਮੈਟ੍ਰਿਕ ਪਲੇਨ ਤੇ ਤੁਹਾਡਾ ਵਰਗ ਇਸ ਤਰੀਕੇ ਨਾਲ ਜਾਂ ਉਸ ਤਰੀਕੇ ਨਾਲ ਇੱਕ ਰੋਮਬਸ ਵਰਗਾ ਦਿਖਾਈ ਦਿੰਦਾ ਹੈ, ਜਿਸ ਦੇ ਆਧਾਰ ਤੇ ਅਸੀਂ ਕਿਸ ਕਿਸਮ ਦੇ ਪ੍ਰੋਜੈਕਸ਼ਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਇਹ ਓਰੀਐਂਟੇਸ਼ਨ ਸੱਜੇ ਹੱਥ ਲੰਬਕਾਰੀ ਹੈ ਤਾਂ ਅਸੀਂ ਇਸ ਨੂੰ ਵੇਖਾਂਗੇ। ਜੇ ਇਹ ਰਾਈਟ ਹੈਂਡ ਵਰਟੀਕਲ ਫੇਸ ਹੈ, ਅਸੀਂ ਇਸ ਨੂੰ ਇਸ ਤਰੀਕੇ ਨਾਲ ਦੇਖਾਂਗੇ। ਇੱਕ ਕਿਊਬ ਦੇ ਟੌਪ ਫੇਸ ਵਾਂਗ ਹੋਰੀਜ਼ੋਨਟਲ ਪਲੇਨ ਵਿੱਚ ਸਥਿਤ ਹੈ, ਤਾਂ ਅਸੀਂ ਉੱਪਰ ਤੋਂ ਦੇਖ ਰਹੇ ਹਾਂ ਅਤੇ ਉਹ ਪਲੇਨ ਹੋਰੀਜ਼ੋਨਟਲ ਪਲੇਨ ਤੇ ਹੈ। ਇਹ ਚਿੱਤਰ C ਦੇ ਰੂਪ ਵਿੱਚ ਦਿਖਾਈ ਦੇਵੇਗਾ। ਅਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਦੇਖ ਸਕਦੇ ਹਾਂ, ਪਰ ਜਦੋਂ ਅਸੀਂ ਇਸ ਨੂੰ ਆਈਸੋਮੈਟ੍ਰਿਕ ਪਲੇਨ ਵਿੱਚ ਦਰਸਾਉਂਦੇ ਹਾਂ, ਸਾਨੂੰ ਇਸ ਤਰੀਕੇ ਨਾਲ ਘੁੰਮਣਾ ਪੈਂਦਾ ਹੈ ਜਾਂ ਸਾਨੂੰ ਆਪਣੀ ਸਥਿਤੀ ਨੂੰ ਇਸ ਤਰੀਕੇ ਨਾਲ ਬਦਲਣਾ ਪੈਂਦਾ ਹੈ। ਇਹਨਾਂ ਪ੍ਰਮੁੱਖ ਕਿਨਾਰਿਆਂ ਵਿੱਚੋਂ ਇੱਕ ਪਲੇਨ ਦੇ ਨਾਲ 30 ਡਿਗਰੀ ਐਂਗਲ ਬਣਾਉਂਦਾ ਹੈ, ਜਿਸ ਤਰੀਕੇ ਨਾਲ ਅਸੀਂ ਕਿਸੇ ਵੀ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਨੂੰ ਦਰਸਾਉਂਦੇ ਹਾਂ। ਇਸ ਲਈ ਭਾਵੇਂ ਕਿਊਬ
ਇੱਕ ਦ੍ਰਿਸ਼ਟੀਕੋਣ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਸਾਨੂੰ ਇਸ ਤਰੀਕੇ ਨਾਲ ਘੁੰਮਣਾ ਪੈਂਦਾ ਹੈ ਜਿਵੇਂ ਕਿ ਇੱਕ ਨਿਰੀਖਕ ਇਸ ਦੇ ਆਲੇ ਦੁਆਲੇ ਘੁੰਮਦਾ ਹੈ, ਤਾਂ ਕਿ ਇੱਕ ਕਿਨਾਰਾ ਇਸ ਵਿਊ ਦੇ ਨਾਲ 30 ਡਿਗਰੀ ਐਂਗਲ ਬਣਾਉਂਦਾ ਹੈ। ਜਿਸ ਤਰੀਕੇ ਨਾਲ ਸਾਨੂੰ ਕਲਪਨਾ ਕਰਨਾ ਹੈ, ਇਸ ਲਈ ਉੱਪਰਲੇ ਵਿਊ ਤੋਂ ਅਸੀਂ ਇਸ ਨੂੰ ਦੇਖ ਰਹੇ ਹਾਂ। ਸਾਨੂੰ ਉਸ ਵਰਗ ਦੇ ਟੌਪ ਫੇਸ ਨੂੰ ਇਸ ਤਰੀਕੇ ਨਾਲ ਘੁਮਾਉਣਾ ਹੈ ਕਿ ਇਹ ਇਹਨਾਂ ਕਿਨਾਰਿਆਂ ਨਾਲ 30 ਡਿਗਰੀ ਐਂਗਲ ਬਣਾਉਂਦਾ ਹੈ, ਜਿਸ ਨਾਲ ਅਸੀਂ ਇਸ ਨੂੰ ਡਰਾਇੰਗ ਸ਼ੀਟ ਤੇ ਆਈਸੋਮੈਟ੍ਰਿਕ ਪ੍ਰੋਜੈਕਸ਼ਨ ਵਜੋਂ ਦਰਸਾਉਂਦੇ ਹਾਂ। ਇੱਥੇ ਅਸੀਂ ਇੱਕ ਆਇਤਾਕਾਰ ਪਾਈਪਲਾਈਨ ਦੁਆਰਾ ਇਸ ਆਇਤਾਕਾਰ ਦੇ ਵੱਖੋ ਵੱਖਰੇ ਪ੍ਰੋਜੈਕਸ਼ਨਾਂ ਨੂੰ ਦਿਖਾ ਰਹੇ ਹਾਂ। ਇਸ ਲਈ ਉਦਾਹਰਨ ਲਈ, ਆਈਸੋਮੈਟ੍ਰਿਕ ਵਿਊ ਬਕਸੇ ਵਿੱਚ ਅਸੀਂ ਇਸ ਨੂੰ ਇਸ ਤਰੀਕੇ ਨਾਲ ਦਰਸਾਵਾਂਗੇ ਕਿ ਇਸ ਨੂੰ ਇਸ ਤਰੀਕੇ ਨਾਲ ਘੁਮਾਇਆ ਜਾਵੇਗਾ ਕਿ ਇਹਨਾਂ ਵਿੱਚੋਂ ਇੱਕ ਮੁੱਖ ਕਿਨਾਰਾ 30 ਡਿਗਰੀ ਕੋਣ ਬਣਾਉਂਦਾ ਹੈ। ਕਿਉਂਕਿ ਇਹ ਔਰਥੋਗੋਨਲ ਰੇਖਾਵਾਂ ਹਨ, ਇਸ ਲਈ ਜਦੋਂ ਤੁਸੀਂ ਇਸ ਨੂੰ ਘੁਮਾਉਂਦੇ ਹੋ ਤਾਂ ਦੂਜੀਆਂ ਵੀ 30 ਡਿਗਰੀ ਲਾਈਨ ਬਣਾਉਂਦੀਆਂ ਹਨ। ਅਸੀਂ ਇਸ ਨੂੰ ਇਸ ਤਰੀਕੇ ਨਾਲ ਉੱਪਰ ਚੁੱਕਦੇ ਹਾਂ ਕਿ ਇਹ ਕੋਣ ਇੱਕ ਦੂਜੇ ਨਾਲ 120 ਡਿਗਰੀ ਬਣਾਉਂਦੇ ਹਨ। ਜੇ ਤੁਸੀਂ ਇਸ ਨੂੰ ਹੋਰ ਉੱਪਰ ਚੁੱਕਦੇ ਹੋ, ਤਾਂ ਤੁਹਾਡੇ ਕੋਲ ਇਸ ਦੇ ਹੋਰ ਐਕਸੋਨੋਮੈਟ੍ਰਿਕ ਕਿਸਮ ਦੇ ਵਿਊ ਹੋਣਗੇ। ਤੁਹਾਡੇ ਕੋਲ 45 ਡਿਗਰੀ, 60 ਡਿਗਰੀ, 30 ਡਿਗਰੀ ਕਿਸਮ ਦੀ ਚੀਜ਼ ਹੋ ਸਕਦੀ ਹੈ, ਇਸ ਆਧਾਰ ਤੇ ਕਿ ਅਸੀਂ ਕਿਵੇਂ ਕਲਪਨਾ ਕਰ ਰਹੇ ਹਾਂ ਕਿ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਊ ਹੋਣਗੇ। ਪਰ ਇੱਕ ਆਈਸੋਮੈਟ੍ਰਿਕ ਦੀ ਸਟੈਂਡਰਡ ਪ੍ਰਕਿਰਿਆ ਇਹ ਹੈ ਕਿ ਤੁਹਾਨੂੰ ਸਿਰਫ 30 ਡਿਗਰੀ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਆਓ ਇੱਥੇ ਇੱਕ ਸਲੋਟ ਵਾਲੀ ਕੋਈ ਹੋਰ ਵਸਤੂ ਲੈ ਲਈਏ, ਅਤੇ ਇਸ ਵਿੱਚ ਆਈਸੋਮੈਟ੍ਰਿਕ ਵਿਊ ਵਿੱਚ ਵੀ ਇੱਕ ਹੋਲ ਹੈ। ਇੱਕ ਵਾਰ ਜਦੋਂ ਅਸੀਂ ਇਹਨਾਂ ਪ੍ਰਮੁੱਖ ਕਿਨਾਰਿਆਂ ਨੂੰ ਪਰਿਭਾਸ਼ਿਤ ਕਰਦੇ ਹਾਂ, ਇਹਨਾਂ ਪ੍ਰਮੁੱਖ ਕਿਨਾਰਿਆਂ ਵਿੱਚੋਂ ਇੱਕ ਹੋਰੀਜ਼ੋਨਟਲ ਨਾਲ 30 ਡਿਗਰੀ ਬਣਾਉਂਦਾ ਹੈ। ਹੁਣ ਆਓ ਅਸੀਂ ਦੂਜੇ ਵਿਊ ਨੂੰ ਵੇਖੀਏ। ਜੇ ਇਹ ਟ੍ਰਾਈਮੈਟ੍ਰਿਕ ਹੈ, ਜਿੱਥੇ ਇਹ 30 ਡਿਗਰੀ ਆਈਐਸਓ 30 ਡਿਗਰੀ ਵੱਖ-ਵੱਖ ਆਕਾਰ ਵਿੱਚ ਬਦਲਣ ਜਾ ਰਿਹਾ ਹੈ, ਇਹ 30 ਡਿਗਰੀ ਵੱਖਰੇ ਤੌਰ ਤੇ ਨਹੀਂ ਹੋ ਸਕਦਾ ਹੈ। ਇਸ ਲਈ ਕੁਝ ਅਜਿਹਾ ਹੁੰਦਾ ਹੈ ਜਿਵੇਂ ਇੱਕ ਐਂਗਲ ਫਾਈ ਇੱਕ ਪਾਸੇ, ਦੂਜੇ ਐਂਗਲ ਥੀਟਾ ਤੇ, ਅਤੇ ਟੋਟਲ ਥੀਟਾ ਪਲੱਸ ਫਾਈ ਹਮੇਸ਼ਾ 90 ਡਿਗਰੀ ਦੇ ਬਰਾਬਰ ਹੁੰਦਾ ਹੈ, ਕਿਉਂਕਿ ਅਸੀਂ ਇਸ ਤਰੀਕੇ ਨਾਲ ਘੁੰਮ ਰਹੇ ਹਾਂ ਕਿ ਟ੍ਰਾਈਮੈਟ੍ਰਿਕ ਕਿਸਮ ਦੇ ਵਿਊ ਸਾਡੇ ਕੋਲ ਹੋਣ ਜਾ ਰਹੇ ਹਨ। ਇਸ ਲਈ ਜੇ ਸਾਡੇ ਕੋਲ ਥੀਟਾ ਅਤੇ ਫਾਈ ਵੱਖ-ਵੱਖ ਹਨ ਅਤੇ ਉਹਨਾਂ ਦਾ ਸਮੇਸ਼ਨ 90 ਡਿਗਰੀ ਤੋਂ ਘੱਟ ਹੈ, ਸਾਡੇ ਕੋਲ ਟ੍ਰਾਈਮੈਟ੍ਰਿਕ ਵਿਊ ਹੈ। ਇਸ ਲਈ ਉਹੀ ਆਈਸੋਮੈਟ੍ਰਿਕ ਵਸਤੂ ਜੋ ਸਾਡੇ ਕੋਲ ਹੈ, ਅਸੀਂ ਇਸ ਨੂੰ ਵੱਖ-ਵੱਖ ਪਲੇਨ ਵਿੱਚ ਰੱਖਣ ਜਾ ਰਹੇ ਹਾਂ ਤਾਂ ਜੋ ਸਾਡੇ ਕੋਲ ਵੱਖੋ ਵੱਖਰੇ ਵਿਊ ਹੋਣ। ਆਓ ਹੁਣ ਡਾਇਮੈਟ੍ਰਿਕ ਵਿਊ ਵਿੱਚ ਡਾਇਮੈਟ੍ਰਿਕ ਵਿਊ ਨੂੰ ਵੇਖਦੇ ਹਾਂ। ਸਾਡੇ ਦੋਨਾਂ ਪਾਸਿਆਂ ਉੱਤੇ ਥੀਟਾ ਐਂਗਲ ਹੈ ਅਤੇ ਇਹ ਥੀਟਾ ਐਂਗਲ 0 ਤੋਂ 45 ਡਿਗਰੀ ਦੇ ਵਿੱਚ ਬਦਲਦਾ ਹੈ, ਇਹ 30 ਡਿਗਰੀ ਨਹੀਂ ਹੈ। ਇਸ ਲਈ ਸਾਡੇ ਕੋਲ ਹਮੇਸ਼ਾ ਇਹ ਵਸਤੂ ਹੁੰਦੀ ਹੈ। ਉਦਾਹਰਨ ਲਈ, ਜਿਵੇਂ ਕਿ ਸਾਡੇ ਕੋਲ ਇਹ ਵਸਤੂ ਹੈ, ਸਾਨੂੰ ਇਸ ਵਸਤੂ ਨੂੰ ਇਸ ਤਰੀਕੇ ਨਾਲ ਘੁਮਾਉਣਾ ਹੈ ਕਿ ਅਸੀਂ ਵੱਖ-ਵੱਖ ਦ੍ਰਿਸ਼ਾਂ ਨੂੰ ਡਾਇਮੈਟ੍ਰਿਕ ਵਿੱਚ ਦੇਖਣ ਜਾ ਰਹੇ ਹਾਂ। ਇਹਨਾਂ ਵਿੱਚੋਂ ਇੱਕ ਕਿਨਾਰਾ ਹਮੇਸ਼ਾ ਉਸੇ ਕੋਣ ਤੇ 0 ਤੋਂ 45 ਡਿਗਰੀ ਦੇ ਵਿਚਕਾਰ ਇੱਕ ਐਂਗਲ ਬਣਾਉਂਦਾ ਹੈ। ਇੱਕ ਨੂੰ ਇਸ ਨੂੰ ਦੂਜੇ ਪਾਸੇ ਵੀ ਦੇਖਣਾ ਪੈਂਦਾ ਹੈ। ਸਿਰਫ ਇੱਕ ਉਦਾਹਰਨ, ਸਾਡੇ ਕੋਲ ਆਈਸੋਮੈਟ੍ਰਿਕ ਵਿਊ ਲਈ ਇੱਥੇ ਇੱਕ ਵਸਤੂ ਹੈ। ਜੇ ਅਸੀਂ ਇਹਨਾਂ ਵਿੱਚੋਂ ਕੁਝ ਨੂੰ ਐਕਸਿਸ ਵਜੋਂ ਫਿਕਸ ਕਰ ਰਹੇ ਹਾਂ, ਉਦਾਹਰਨ ਲਈ ਇਹ ਇੱਕ ਐਕਸਿਸ ਹੈ, ਇਹ ਇੱਕ ਹੋਰ ਐਕਸਿਸ ਹੈ, ਇਹ ਇੱਕ ਹੋਰ ਧੁਰਾ ਹੈ। ਸਾਡੇ ਕੋਲ ਇਹ ਐਕਸਿਸ 30 ਡਿਗਰੀ ਹੈ, ਇਹ ਐਕਸਿਸ ਵੀ 30 ਡਿਗਰੀ ਹੈ ਅਤੇ ਇਹ ਔਰਥੋਗੋਨਲ ਹੈ। ਡਾਇਮੈਟ੍ਰਿਕ ਦੇ ਮਾਮਲੇ ਵਿੱਚ ਸਾਡੇ ਕੋਲ ਇਹ ਐਕਸਿਸ ਹੈ ਜੋ ਪੈਰਲਲ ਹੈ। ਸਾਡੇ ਕੋਲ ਇੱਕ ਹੋਰ ਐਕਸਿਸ ਹੈ ਜੋ ਪੈਰਲਲ ਵੀ ਹੈ। ਇਹਨਾਂ ਦਾ ਇੱਕੋ ਐਂਗਲ ਹੈ ਪਰ 30 ਡਿਗਰੀ ਨਹੀਂ ਹੈ। ਇਸ ਲਈ ਇਸ ਕਿਸਮ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਪੁਰਾਣੇ ਦਿਨਾਂ ਵਿੱਚ ਡਾਇਮੈਟ੍ਰਿਕ ਕਿਸਮ ਦੇ ਪ੍ਰੋਜੈਕਸ਼ਨਾਂ ਨੂੰ ਕਹਿੰਦੇ ਹਾਂ, ਜਿਵੇਂ ਕਿ ਕੁਝ 100 ਜਾਂ 150 ਸਾਲ ਪਹਿਲਾਂ ਸਾਡੇ ਵਿੱਚ ਪੇਟੈਂਟ ਆਮ ਤੌਰ ਤੇ ਇਸ ਡਾਇਮੈਟ੍ਰਿਕ ਕਿਸਮ ਦੇ ਪ੍ਰੋਜੈਕਸ਼ਨਾਂ ਦੇ ਨਾਲ ਜਾਂਦੇ ਸਨ। ਮੁੱਖ ਤੌਰ ਤੇ ਯੂਕੇ ਕਿਸਮ ਦੇ ਪ੍ਰੋਜੈਕਸ਼ਨ, ਜੋ ਉਹ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਲਈ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਅਗਲੀ ਕਲਾਸ ਵਿੱਚ ਅਸੀਂ ਇਹਨਾਂ ਆਈਸੋਮੈਟ੍ਰਿਕ ਪ੍ਰੋਜੈਕਸ਼ਨਾਂ ਬਾਰੇ ਹੋਰ ਜਾਣਾਂਗੇ। ਧੰਨਵਾਦ।